बिस्मिल्लाहिर्रहमानिर्रहीम। प्यारे सज्जनों ते बेलियो अस्सलाम वालेकुम। अज दा जिहड़ा ये प्रोग्राम है असी उन्हां दोस्तां सज्जनां बेलियां लई करन लगे हाँ कि जिहड़े जायदाद दे जदों मामलात हुंदे ने उहदे विच बड़ियां पचीदगियां आ जांदियां ने और वो पचीदगियां किसी टाइम वध के लड़ाई की शक्ल इख्तियार कर जांदियां ने। और अज असी अपनी सारी टीम साडे चैनल सोच विचार की टीम दे नाल हाज़रे खिदमत हाँ ते अज असी इन्हां मामलात ते डिस्कस करन लई अपने स्टूडियो दे विच दावत दित्ती है साबका तहसीलदार जनाब जुल्फकार अहमद विरक साहब। और माशाअल्लाह असी उन्हां नाल कई दफ़ा इन्हां पेचीदगियां दे मामलात दे विच मशवरा कीता है और वो बड़े सियाणे ने और उन्हां दा जिहड़ा सर्विस दा सारा जिहड़ा तजर्बा है बहुत वसी है। ते अज असी सब तो पहला जनाब जुल्फकार अहमद विरक साहब नूं अपने सोच विचार दे चैनल ते खुश आमदीद कहने आ। और जनाब की हाल चाल ने, ठीक ठाक हो? तो अज का साडा जिहड़ा पहला सवाल है ना जी विरक साहब, वो सानू ये दसो कि एक तुहाडे पटवारियां दी ज़बान च लफज बोलिया जाता है बंदोबस्त, वो बंदोबस्त थोड़ी जी कोई रोशनी पाओ, वो की बंदोबस्त जमीन का रिकॉर्ड और जमीन की फरमाइश करके एक नया रिकॉर्ड तैयार किया जाता है। पिछले सारे एकड़ खत्म कर दिए जाते हैं जी जी, जो फरमाइशां हुई होंगे उन्होंने खत्म कर दिया जाता है। उस तो इलावा रिकॉर्ड भी जिहड़ा उन्होंने भी नया तैयार किया जाता है। 1900 साडे जिहड़े ने पंजाब दे 1912 दे विच साडे डिस्ट्रिक्ट गुजरात का बंदोबस्त होया सी। अच्छा, इस तरह कि पाकिस्तान बन तो पहले अंग्रेज़ ने बंदोबस्त किया सी। उन्होंने सब तो पहला तो जमीन का रिकॉर्ड मालकां का एक महफूज किया। उस तो बाद वो फरमाइश करनी शुरू कर दी। जी जी, उस टाइम कितनी मुश्किल होएगी फरमाइश करनी। जी जी, इन्हां खोतियां खचरां ते इन्हां ने बुत्तियां लगा के जी जी, लद के ते जाके 25 एकड़ मरबे ते एक बुत्ती नसब की सी जिहड़ी कि पूरी फरमाइश सही। और उदों एक जरीब होंदी सी जिहड़ी 55 फुट दी सी, वो संगली नवाब दी सी। जी जी, ਉਹਦੇ ਨਾਲ ਫਰਮਾਇਸ਼ ਕਰਦੇ ਸਨ। ਫੀਸਾਂ ਤਾਂ ਹੈ ਸੀ ਕੋਈ ਨਾ। ਤੇ ਕਦੀ ਫਰਮਾਇਸ਼ ਅੱਜ ਵੀ ਉਹ ਬੰਦੋਬਸਤ ਦੇ ਮੁਤਾਬਕ ਅਗਰ ਬੁੱਧੀਆਂ ਮਿਲਦੀਆਂ ਨੇ ਤੇ ਕੋਈ ਫਰਮਾਇਸ਼ ਗਲਤ ਨਹੀਂ। ਇਤਨਾ ਮਿਹਨਤ ਔਰ ਇਤਨੀ ਲਗਨ ਨਾਲ ਕੰਮ ਕੀਤਾ ਗਿਆ। ਉਸ ਤੋਂ ਬਾਅਦ ਵਿੱਚ ਜਿਸ ਲਈ ਇੱਕ ਮੁਰੱਬਾ ਕਾਇਮ ਕਰ ਲੈਂਦੇ ਆ ਫਿਰ ਉਹਦੀ ਪਾਰਟੀਸ਼ਨ ਕਰਕੇ ਉਹਨੂੰ ਉਹਦੇ 25 ਏਕੜ ਵਿੱਚ ਬਣਾਉਂਦੇ ਸਨ। ਸਹੀ। ਇਸ ਤਰ੍ਹਾਂ ਕਰਕੇ ਉਹ ਹਰ ਪਿੰਡ ਦੀ ਅਲੱਗ-ਅਲੱਗ ਉਹਨਾਂ ਫਰਮਾਇਸ਼ ਕਰਕੇ ਉਹਦਾ ਬੰਦੋਬਸਤੀ ਸ਼ਜਰਾ ਬਣਾਇਆ। ਉਸ ਤੋਂ ਬਾਅਦ ਵਿੱਚ ਉਹ ਬੰਦੋਬਸਤ ਨੂੰ ਦੇ ਮਾਲਕਾਨ ਨੂੰ ਫਿਰ ਉਹ ਇਸ਼ਤਮਾਲ ਦੀ ਸੂਰਤ ਵਿੱਚ ਇਕੱਠਿਆਂ ਕੀਤਾ ਗਿਆ ਕਿ ਇਹ ਬੰਦੇ ਇੱਕ ਮਾਲਕ ਜਿਹੜਾ ਇੱਕ ਸਾਈਡ ਤੇ ਹੋ ਜਾਏ ਤਾਂ ਕਿ ਜ਼ਿਮੀਂਦਾਰਾ ਕਰਨ ਲਈ ਜਾਂ ਪਾਣੀ ਲਗਾਉਣ ਲਈ ਉਹਨੂੰ ਆਸਾਨੀ ਰਹੇ। ਉਹਦੇ ਨਾਲ ਬਹੁਤ ਜ਼ਿਆਦਾ ਜ਼ਿਮੀਂਦਾਰ ਨੂੰ ਫਾਇਦਾ ਹੋਇਆ। ਸਹੀ। ਉਸ ਤੋਂ ਬਾਅਦ ਵਿੱਚ ਜ਼ਮੀਨਾਂ ਕੁਝ ਜ਼ਿਆਦਾ ਬੰਜਰ ਸਨ। ਉਹ ਬੁੱਤੀਆਂ ਕੁਦਰਤ ਦਾ ਨਿਜ਼ਾਮ ਹੈ ਕਿ ਜ਼ਮੀਨ ਹਰ ਸਾਲ ਕੁਝ ਇੰਚ ਜਿਹੜੀ ਹੈ ਨਾ ਉਹ ਉੱਪਰ ਜਾਂਦੀ ਹੈ, ਮਿੱਟੀ ਵੱਧਦੀ ਜਾਂਦੀ ਹੈ। ਹਾਂ ਹਾਂ, ਇਹ ਕੁਦਰਤ ਦਾ ਨਿਜ਼ਾਮ। ਉਹ ਬੁੱਤੀਆਂ ਕੋਈ ਥੱਲੇ ਚਲੀਆਂ ਗਈਆਂ। ਸਹੀ। ਹੁਣ ਸਾਡੇ ਕੋਲ ਸਿਰਫ ਬਚ ਗਿਆ ਨੇ ਕਿ ਧਰੱਡਾ ਜਿਹੜਾ ਉਹ ਅੰਗਰੇਜ਼ ਨੇ ਹੀ ਕਾਇਮ ਕੀਤਾ ਹੈ। ਅੱਛਾ ਅੱਛਾ। ਅੰਗਰੇਜ਼ ਦੇ ਵਕਤ ਦੇ ਵਿੱਚ 1912 ਦੇ ਲੱਗੇ ਨੇ। ਉਹ ਆਪਣੀ ਜਗ੍ਹਾ ਤੇ ਜਿੱਥੇ ਕੋਈ ਮਹਿਫੂਜ਼ ਮਿਲਦਾ ਹੈ ਉਹ ਤੋਂ ਅੱਜ ਵੀ ਰੈਵਨਿਊ ਵਾਲੇ ਫਰਮਾਇਸ਼ ਉੱਥੋਂ ਲੈ ਕੇ ਤੇ ਆਪਣਾ ਰਿਕਾਰਡ ਵੀ ਦਰੁਸਤ ਕਰਦੇ ਨੇ, ਉਹ ਫਰਮਾਇਸ਼ ਵੀ ਦਰੁਸਤ ਕਰਦੇ। ਸਹੀ। ਉਹ ਜਿਹੜੇ ਅਸੀਂ ਪੰਜਾਬੀ ਚ ਪਿੰਡਾਂ ਵਾਲੇ ਧਰੱਡਾ ਨੇ ਇਹ ਵੀ ਉਦੋਂ ਦੇ ਹੀ ਲੱਗੇ। ਇਹ ਤਿੰਨਾਂ ਪਿੰਡਾਂ ਦੇ ਦੋ ਕਿਸਮ ਦੇ ਹੁੰਦੇ। ਧਰੱਡਾ ਜਿਹੜਾ ਉਹ ਤਿੰਨਾਂ ਪਿੰਡਾਂ ਦੀ ਹੱਦ ਜਿੱਥੇ ਜਾ ਕੇ ਟੱਚ ਕਰਦੀ ਹੁੰਦੀ ਉਹ ਜਗ੍ਹਾ ਤੇ ਇੱਕ ਬੁੱਤੀ ਲਾਈ ਸੀ ਉਹਨਾਂ ਨੇ 2 ਫੁੱਟ ਮੁਰੱਬਾ 2 ਫੁੱਟ ਦੀ। ਉਹ ਅੱਜ ਤੱਕ ਵੀ ਕਾਇਮ ਹੈ। ਸਹੀ। ਔਰ ਉਹਨੂੰ ਕਿਸੇ ਜਗ੍ਹਾ ਤੇ ਚੁਹੱਦਾ ਵੀ ਹੈ। ਚੁਹੱਦੇ ਤੋਂ ਮੁਰਾਦ ਹੈ ਕਿ ਜਿੱਥੇ 4 ਪਿੰਡਾਂ ਦੀ ਸੱਤ ਮਿਲਦੀ। ਸਹੀ। ਧਰੱਡਾ ਚੁਹੱਦਾ। ਸਹੀ। ਬਾਕੀ ਜਿੱਥੇ ਕੋਈ ਡੈਣ ਡਿੱਗੀ ਕਿਸੇ ਪਿੰਡ ਦੀ ਜਾਂਦੀ ਸੀ ਉੱਥੇ ਉਹਨਾਂ ਬੁੱਤੀਆਂ ਲਾਈਆਂ ਹੁੰਦੀਆਂ ਹਨ, ਉਹਨੂੰ ਬੁਰਜੀ ਬੋਲਦੇ ਸਨ। ਬੁਰਜੀ। ਉਹ ਵੀ ਕਾਇਮ ਨੇ ਅੱਜ, ਲੇਕਿਨ ਉਹ ਹੁਣ ਕਈ ਜਗ੍ਹਾ ਤੇ ਮਿਲ ਨਹੀਂ ਰਹੀਆਂ। ਕੁਝ ਜ਼ਮੀਨ ਦੀ ਪਟਾਈ ਕਰ ਲਈ ਹੈ ਲੋਕਾਂ ਨੇ, ਕੁਝ ਜ਼ਮੀਨ ਦੇ ਨੀਚੇ ਆ ਗਈਆਂ ਨੇ। ਇਸ ਵਜ੍ਹਾ ਤੋਂ ਉਹ ਮਿਲਣੀਆਂ ਜ਼ਰਾ ਮੁਸ਼ਕਿਲ ਨੇ। ਲੇਕਿਨ ਧਰੱਡਾ ਕਿਉਂਕਿ ਇਹ 1.5 ਫੁੱਟ ਉੱਪਰ ਸੀ 2 ਫੁੱਟ ਇਹ ਅਜੇ ਤੱਕ ਵੀ ਕਾਇਮ ਹੈ। ਔਰ ਰੈਵਨਿਊ ਵਾਲਿਆਂ ਨੂੰ ਅਕਸਰ ਜਿਹੜੇ ਪਟਵਾਰੀ ਹਜ਼ਰਾਤ ਨੇ ਜਾਂ ਰੈਵਨਿਊ ਸਾਡੇ ਉਹ ਚਾਹੁੰਦੇ ਇਹ ਨੇ ਕਿ ਜੋ ਧਰੱਡਾ ਥੱਲੇ ਕਿਸੇ ਜਗ੍ਹਾ ਤੋਂ ਪੁੱਟਿਆ ਜਾਏ ਉਹ ਇਕੱਲਾ ਪਟਵਾਰੀ ਜਾ ਕੇ ਨਹੀਂ ਰਖਾ ਸਕਦਾ। ਅੱਛਾ। ਉਹਦੀ ਬਕਾਇਦਾ ਤਹਿਸੀਲਦਾਰ ਮੌਕੇ ਤੇ ਜਾ ਕੇ ਫਰਮਾਇਸ਼ ਕਰਕੇ ਫਿਰ ਉਹ ਨਿਸਬ ਕਰਦੇ ਨੇ ਤਾਂ ਕਿ ਉਹਦੀ ਕੋਈ ਜਿਹੜੀ ਇਹਨਾਂ ਕਿਸੇ ਪਿੰਡ ਦੀ ਫਰਮਾਇਸ਼ ਕਮੀ ਪੇਸ਼ੀ ਨਾ ਹੋ ਜਾਏ।
ਅੱਛਾ, ਤੇ ਜਨਾਬ ਵਿਰਕ ਸਾਹਿਬ ਇੱਕ ਦੂਸਰਾ ਲਫ਼ਜ਼ ਜਿਹੜਾ ਨਾ ਤੁਹਾਡਾ ਇਸਤੇਮਾਲ ਕੀਤਾ ਜਾਂਦਾ ਹੈ, ਫੀਲਡ ਬੁੱਕ। ਹਾਂ, ਉਹਦੇ ਬਾਰੇ ਜ਼ਰਾ ਕੋਈ ਦੱਸੋ ਸਾਡੇ ਸੱਜਣਾ ਬੇਲੀਆਂ ਨੂੰ ਕਿ ਫੀਲਡ ਬੁੱਕ ਤੋਂ ਕੀ ਜਿਸ ਤੋਂ ਤੁਸੀਂ ਮੁਰਾਦ ਇਹ ਵੇ ਕਿ ਫੀਲਡ ਬੁੱਕ ਜੀ। ਯਾਨੀ ਫੀਲਡ ਦੀ ਬੁੱਕ ਹਾਂ ਜਿਹੜੀ ਪਮੈਸ਼ ਕਰਦੇ ਸਨ ਕਰੂਆਂ ਦੇ ਵਿੱਚ, ਉਸ ਰੂਵੇ ਜ਼ਮੀਨ ਦੇ ਉੱਤੇ ਹਰ ਟੋਟੇ ਨੂੰ ਰੈਵਨਿਊ ਵਾਲਿਆਂ ਸਾਡੇ ਪਾਕਿਸਤਾਨ ਨੇ ਇੱਕ ਨੰਬਰ ਇਸ਼ੂ ਕੀਤਾ ਹੈ। ਕੋਈ ਟੋਟਾ ਛੋਟਾ ਵੀ ਹੋ ਸਕਦਾ, ਮਰਲੇ ਦਾ ਵੀ ਹੈ, ਕੋਈ ਮੁਰੱਬੇ ਦਾ ਵੀ ਹੈ, ਲੇਕਿਨ ਉਹਦੇ ਇੱਕ ਨੰਬਰ ਇਸ਼ੂ ਕੀਤਾ ਹੈ। ਉਸ ਨੰਬਰ ਦੀ 4 ਤਰਫੋਂ ਪਮੈਸ਼ ਕਰਕੇ ਲਿਖੀ ਹੁੰਦੀ ਸੀ ਫੀਲਡ ਬੁੱਕ ਤੇ ਕਿ ਇਹਦਾ ਚੜ੍ਹਦਾ ਪਾਸਾ ਇੰਨਾ ਹੈ, ਲਹਿੰਦਾ ਪਾਸਾ ਇੰਨਾ ਹੈ, ਪਹਾੜ ਪਾਸਾ ਇੰਨਾ ਹੈ, ਦੱਖਣ ਪਾਸਾ ਇੰਨਾ ਹੈ, ਔਰ ਇਹਦਾ ਰਕਬਾ ਇੰਨਾ ਹੈ। ਸਹੀ। ਤਾਂ ਕਿ ਫਿਰ ਜਿਸ ਨੂੰ ਸਾਰੇ ਨੰਬਰਾਂ ਦੇ ਪਿੰਡ ਦੀ ਲਿਖ ਲਈ ਜਾਂ ਫਿਰ ਉਹਨੂੰ ਜਮ੍ਹਾਂ ਕਰਕੇ ਕਹਿੰਦੇ ਕਿ ਪਿੰਡ ਦਾ ਕੁੱਲ ਰਕਬਾ ਕਿੰਨਾ ਹੈ। ਫੀਲਡ ਬੁੱਕ ਪਮੈਸ਼ ਕਰਨ ਦੇ ਵਿੱਚ ਬੜੇ ਕੰਮ ਆਉਂਦੀ। ਹੋਰ ਤੇ ਇਹਦਾ ਜਿਹੜਾ ਰਿਕਾਰਡ ਮਾਲਕ ਦਾ ਨਹੀਂ ਦੱਸ ਸਕਦੀ, ਲੇਕਿਨ ਪਮੈਸ਼ ਇਹਦੇ ਤੋਂ ਬਗੈਰ ਹੋ ਨਹੀਂ ਸਕਦੀ। ਸਹੀ। ਇੱਕ ਤੁਹਾਡਾ ਲਫ਼ਜ਼ ਬੋਲਿਆ ਜਾਂਦਾ ਹੈ ਮਿਸਲ ਹਕੀਕਤ। ਮਿਸਲ ਹਕੀਕਤ ਜਿਹੜੀ ਹੈ ਨਾ ਜੀ, ਇਹ ਵੀ ਸਾਡਾ ਦੈਮੀ ਰਿਕਾਰਡ ਹੁੰਦਾ ਹੈ। ਮਿਸਲ ਹਕੀਕਤ ਦੇ ਵਿੱਚ ਇਹ ਬੰਦੋਬਸਤ ਤੋਂ ਬਾਅਦ ਵਿੱਚ ਇੱਕ ਗੌਰਮੈਂਟ ਨੇ ਵੇਖਿਆ ਕਿ 40 ਸਾਲ 36 ਤੋਂ 40 ਸਾਲ ਤੱਕ ਜ਼ਮੀਨ ਜਿਹੜੀ ਹੈ ਉਹ ਇੱਕ ਆਦਮੀ ਤੋਂ ਦੂਸਰੇ ਨਾਵਾਂ 'ਤੇ ਟਰਾਂਸਫਰ ਹੋ ਜਾਂਦੀ ਹੈ। ਮਸਲਨ ਇੱਕ ਬਾਪ ਸੀ, ਉਹਦੇ ਅੱਗੋਂ ਔਲਾਦ 5-4 ਬੇਟੇ ਆ ਗਏ, ਉਹਨਾਂ ਨੂੰ ਫਿਰ ਉਹਨਾਂ ਦੇ ਖਾਤੇ ਮੁਸ਼ਤਰਕਾ ਹੋ ਗਏ। ਸਹੀ। ਉਸ ਤੋਂ ਇਲਾਵਾ ਲੈਣ ਦੇਣ ਹੁੰਦਾ, ਉਹਦੇ 'ਚ ਕੋਈ ਬੰਦੇ ਇਨ ਹੋ ਜਾਂਦੇ ਨੇ। ਇਸ ਵਾਸਤੇ ਉਹਨੂੰ ਇਸ਼ਤਾਮਾਲ ਨੂੰ ਮਿਸਲ ਹਕੀਕਤ ਜਿਹੜੀ ਹੈ ਇਸ਼ਤਾਮਾਲ ਦੇ ਦੌਰਾਨ ਤਿਆਰ ਕੀਤੀ ਜਾਂਦੀ ਹੈ। ਉਹ ਵੀ ਇੱਕ ਨਇਆ ਰਿਕਾਰਡ ਹੁੰਦਾ। ਪਿਛਲੇ ਮਾਲਕਾਂ ਦਾ ਗਿਣ ਲੈਂਦੇ ਕਿ ਇੱਕ ਬੰਦੇ ਦਾ ਇੰਨਾ ਰਕਬਾ ਹੈ, ਰਹਿਮਤ ਦਾ ਫਰਕ ਉਹ ਇਤਨਾ ਰਕਬਾ ਸੀ ਜੀ, ਔਰ ਉਹਨੂੰ 2 ਕਿੱਲੇ ਆਉਂਦੇ ਨੇ, ਉਹਨੂੰ ਸਿਰਫ 2 ਕਿੱਲਿਆਂ ਦਾ ਉਹਦਾ ਖੇਵੜਾ ਲੈਦਾ ਕੀਤਾ ਤਾਂ ਕਿ ਤਕਸੀਮ ਜਿਹੜੀ ਉਹਨੂੰ ਕਰਵਾਉਣ ਦੀ ਜ਼ਰੂਰਤ ਨਾ ਪੈ ਜਾਏ। ਉਹ ਬੰਦੋਬਸਤ ਦੀ ਤਰ੍ਹਾਂ ਉਹ ਵੀ ਆਪਣੇ ਖੇਤੀਬਾੜੀ ਜਿਹੜੀ ਹੈ ਪਾਣੀ ਬਣਾਉਣ ਦਾ ਜਾਂ ਖੇਤੀਬਾੜੀ ਕਰਨ ਦੀ ਉਹਨੂੰ ਆਸਾਨੀਆਂ ਪੈਦਾ ਹੋ ਜਾਣ। ਦੂਸਰਾ ਮਿਸਲ ਹਕੀਕਤ ਦੇ ਵਿੱਚ ਜੀ ਬਹੁਤ ਜ਼ਿਆਦਾ ਰਸਮੋ ਰਿਵਾਜ ਵੀ ਤਹਿਰੀਰ ਸਨ। ਅੱਛਾ। ਯਾਨੀ ਉਹਦੇ ਵਿੱਚ ਗੌਰਮੈਂਟ ਨੇ ਐਸਾ ਕੋਈ ਹਰ ਪਿੰਡ ਦਾ ਰਸਮੋ ਰਿਵਾਜ ਇਹ ਹੁੰਦਾ ਸੀ। ਮਸਲਨ ਕੋਈ ਚਰੌਹਾ ਗਾਏ, ਉਹ ਮੁਸ਼ਤਰਕਾ ਸਾਰੇ ਪਿੰਡ ਦੀ ਹੁੰਦੀ ਜੀ। ਉਹਦੇ ਵਿੱਚ ਕਿੰਨੇ ਜ਼ਿਮੀਂਦਾਰ, ਉਹਦੇ 'ਚ ਕਿਹੜਾ ਜ਼ਿਮੀਂਦਾਰ ਆਪਣੀ ਡੰਗਰ ਚੁਰਾ ਸਕਦਾ ਹੈ, ਗੈਰ ਮਾਲਕ ਵੀ ਚੁਰਾ ਸਕਦਾ ਹੈ ਜਾਂ ਗੈਰ ਮਾਲਕ ਨਹੀਂ ਚੁਰਾ ਸਕਦਾ। ਸਹੀ। ਉਹ ਵੀ ਲਿਖਿਆ ਹੁੰਦਾ। ਫਿਰ ਉਹਦੇ 'ਚ ਜਿਹੜਾ ਕੋਈ ਖਾਲਾ ਹੈ ਕਿਸੇ ਜ਼ਿਮੀਂਦਾਰ ਦਾ, ਕੋਈ ਬੰਦ ਕਰ ਸਕਦਾ ਨਹੀਂ ਕਰ ਸਕਦਾ। ਰਸਤਾ ਕੋਈ ਬੰਦ ਕਰ ਸਕਦਾ ਨਹੀਂ ਕਰ ਸਕਦਾ। ਹਰ ਚੀਜ਼ ਉਹਦੇ ਵਿੱਚ ਤਹਿਰੀਰ ਹੁੰਦੀ ਸੀ। ਉਹ ਇੱਕ ਪਿੰਡ ਦਾ ਨਵਾਂ ਆਪਣਾ ਕਾਨੂੰਨ ਹੁੰਦਾ ਸੀ। ਸਹੀ। ਕਈ ਬੰਦੇ ਚਰਾਹੋਗਾ ਜਿਹੜੀਆਂ ਨੇ ਉਹ ਗੈਰ ਮਾਲਕ ਚਰਾਹੋਗਾ ਨਹੀਂ ਸਨ ਇਸਤੇਮਾਲ ਕਰ ਸਕਦੇ, ਕਈ ਜਗ੍ਹਾ 'ਤੇ ਕਰ ਸਕਦੇ ਹਨ। ਫਿਰ ਉਸ ਤੋਂ ਇਲਾਵਾ ਕਈ ਖੂਹ ਹੁੰਦੇ ਸਨ। ਖੂਹ ਦਾ ਪਾਣੀ ਜਿਹੜਾ ਹੈ ਉਹ 1 ਏਕੜ ਨੂੰ ਫਲਾਣੇ ਡੇਰੇ ਦਾ ਪਾਣੀ ਕਿੰਨਾ ਟਾਈਮ ਉਹਦਾ ਹੋਏਗਾ, ਕਿੰਨਾ ਚਿਰ ਉਹ ਖੂਹ ਇਸਤੇਮਾਲ ਕਰ ਸਕਦਾ ਹੈ, ਦੂਸਰਾ ਜ਼ਿਮੀਂਦਾਰ ਕਿੰਨਾ, ਹਰ ਰਸਮੋ ਰਿਵਾਜ। ਫਿਰ ਉਸ ਤੋਂ ਇਲਾਵਾ ਜਿਹੜੇ ਸਾਡੇ ਉੱਥੇ ਭਾਈ ਹੁੰਦੇ ਸਨ ਦੂਸਰੇ ਕੰਮੀ, ਲੁਹਾਰ ਸੀ, ਤਰਖਾਨ ਸੀ, ਮੋਚੀ ਸੀ ਜੀ, ਨਾਈ ਸੀ, ਇਹਨਾਂ ਦੇ ਬਾਰੇ 'ਚ ਵੀ ਉਹਦੇ ਵਿੱਚ ਤਹਿਰੀਰ ਹੁੰਦਾ ਸੀ ਕਿ ਇਹਨੂੰ ਕਿੰਨੇ ਟੋਪੇ ਤੁਸੀਂ ਸਾਲ ਬਾਅਦ ਮੁੰਜੀ ਦੇਣੀ ਹੈ, ਕਿੰਨੇ ਟੋਪੇ ਇਹਨੂੰ ਤੁਸੀਂ ਕਣਕ ਦੇਣੀ ਹੈ। ਅੱਛਾ। ਇਸੇ ਤਰ੍ਹਾਂ ਹਰ ਬੰਦੇ ਦਾ ਉਹ ਗੌਰਮੈਂਟ ਨੂੰ ਫਿਕਸ ਮੁਕਰਰ ਕੀਤਾ ਹੁੰਦਾ ਸੀ ਹਿਸਾਬ ਜ਼ਿਮੀਂਦਾਰ ਦੇ ਵਿੱਚ। ਸਹੀ। ਧੋਬੀ ਨੂੰ ਇਹ ਦੇਣਾ, ਫਲਾਣੇ ਨੂੰ ਇਹ ਦੇਣਾ, ਫਲਾਣੇ ਨੂੰ, ਯਾਨੀ ਕਿ ਕੋਈ ਉੱਥੇ ਰਹਿਣ ਸਹਿਣ ਦੇ ਨਾ ਕਿਸੇ ਦੀ ਕੋਈ ਬਾਤ ਨਹੀਂ ਸੀ। ਯਾਨੀ ਕਿ ਜਿੰਨੇ ਵੀ ਉੱਥੇ ਰਹਿਣ ਸਹਿਣ ਵਾਲਿਆਂ ਦੇ ਆਪਣੇ ਕਾਨੂੰਨ ਕਹਿ ਲਓ ਜਾਂ ਆਪਣੇ ਜਿਹੜੇ ਰਸਮੋ ਰਿਵਾਜ ਸਨ ਉਹ ਸਾਰੇ ਮਿਸਲ ਹਕੀਕਤ ਦੇ ਵਿੱਚ ਦਰਜ ਹੁੰਦੇ ਸਨ, ਤਾਂ ਕਿ ਕੱਲ ਨੂੰ ਕੋਈ ਰੌਲਾ ਵਗੈਰਾ ਬਣ ਜਾਏ ਤੇ ਉਹ ਕੱਢੋ ਤੇ ਪਤਾ ਲੱਗ ਜਾਏ ਵੀ ਤੂੰ ਗਲਤ ਹੈ ਜਾਂ ਤੂੰ ਗਲਤ। ਮੁਜ਼ਾਰੇ ਦਾ ਕੀ ਹੈ, ਮੁਜ਼ਾਰੇ ਨੇ ਵਟਾਈ ਹਿੱਸਾ ਦੇਣਾ ਹੈ ਜਾਂ ਠੇਕਿਆ ਕਿਸ ਤਰੀਕੇ ਨਾਲ ਦੇਣਾ ਹੈ। ਕਈ ਜਦ ਪਿੰਡਾਂ ਦੇ ਵਿੱਚ ਰਸਮੋ ਰਿਵਾਜ ਇਸ ਤਰ੍ਹਾਂ ਦੇ ਹਨ ਕਿ ਵਟਾਈ ਦਾ ਹਿੱਸਾ ਸੋਮ ਦਿੰਦੇ ਸਨ, 1 ਹਿੱਸਾ ਪਾਣੀ ਵਾਲੇ ਦਾ ਕੱਢ ਲੈਂਦੇ ਸਨ, 1 ਹਿੱਸਾ ਮਾਲਕ ਦਾ, 1 ਮੁਜ਼ਾਰਾ ਲੈ ਲੈਂਦਾ ਸੀ। ਕਈ ਜਗ੍ਹਾ ਤੇ ਹਾਫ ਦੇ ਚੱਲਦੇ ਸਨ ਜੀ ਜੀ। ਇਸ ਵਾਸਤੇ ਉਹ ਹਰ ਪਿੰਡ ਦਾ ਲਹਿਦਾ ਇੱਕ ਪੂਰਾ ਕਾਨੂੰਨ ਹੁੰਦਾ ਸੀ, ਜ਼ਿਮੀਂਦਾਰ ਦਾ ਔਰ ਦੂਸਰੇ ਰਹਿਣ ਵਾਲੇ ਲੋਕਾਂ ਦਾ ਮੁਸ਼ਤਰਕਾ ਕਾਨੂੰਨ। ਅੱਛਾ ਜਨਾਬ ਵਿਰਕ ਸਾਹਿਬ, ਇੱਕ ਨਾ ਤੁਹਾਡੇ ਪਟਵਾਰੀਆਂ ਦੀ ਜ਼ੁਬਾਨ 'ਚ ਜਮਾਬੰਦੀ ਦਾ ਵੀ ਲਫ਼ਜ਼ ਆਉਂਦਾ ਹੈ। ਹਾਂ, ਜਮਾਬੰਦੀ। ਹਾਂ, ਉਹਦੇ ਬਾਰੇ 'ਚ ਥੋੜ੍ਹਾ ਜਿਹਾ। ਜਮਾਬੰਦੀ ਮਾਲਕਾਨ ਦਾ ਸਾਰਾ ਅੰਦਰਾਜ ਹੁੰਦਾ ਹੈ ਕਿ ਇਹਦਾ ਕਿਤਨਾ ਰਕਬਾ ਹੈ, ਯਾਨੀ ਕਿ ਇੱਕ ਫੈਮਿਲੀ ਉਹਦੇ ਸਰਬਰਾਹ ਦਾ ਜਾਂ ਸਾਰੇ ਫੈਮਿਲੀ ਦਾ। ਜਮਾਬੰਦੀ ਦੇ ਵਿੱਚ ਇੱਕ ਖੇਵੜ ਦਾ ਅੰਦਰਾਜ ਹੁੰਦਾ ਹੈ ਪਹਿਲੇ ਜੀ। ਖੇਵੜ ਤੋਂ ਮੁਰਾਦ ਇਹ ਹੁੰਦਾ ਹੈ ਕਿ ਉਸ ਮਾਲਕ ਜਿਹੜੇ ਜਿਸ ਖੇਵੜ ਦੇ ਮਾਲਕ ਨੇ ਉਹਨਾਂ ਦੇ ਹਿੱਸੇ ਕਿੰਨੇ ਸ਼ੇਰ ਨੇ।
ਬਸ ਇੱਕ ਮਾਲਕ ਦਾ ਚੌਥਾ ਹਿੱਸਾ ਹੈ, ਦੂਸਰੇ ਦਾ 6ਵਾਂ ਹਿੱਸਾ ਹੈ, 7ਵਾਂ ਹਿੱਸਾ ਹੈ, 10ਵਾਂ ਹਿੱਸਾ ਹੈ। ਹਰ ਚੀਜ਼ ਦਾ ਫਿਰ ਉਹਦਾ ਬਕਾਇਦਾ ਅੱਗੇ ਲਿਖਿਆ ਹੁੰਦਾ ਜਿਵੇਂ ਰਜਿਸਟਰ ਹੱਕਦਾਰਾਂ ਜ਼ਮੀਨ ਦੇ ਵਿੱਚ ਕਿ ਇਹ ਇੰਨੀਆਂ ਕਨਾਲਾਂ ਦਾ ਮਾਲਕ ਹੈ, ਕਿਉਂਕਿ ਰੈਵਨਿਊ ਰਿਕਾਰਡ ਕਨਾਲਾਂ 'ਚ ਚੱਲਦਾ ਹੈ ਜੀ ਤਹਿਰੀਰ ਕਨਾਲਾਂ 'ਚ ਹੁੰਦਾ ਹੈ, ਲੇਕਿਨ ਏਕੜਾਂ 'ਚ ਫਿਰ ਬਾਅਦ ਵਿੱਚ ਅਸੀਂ ਕਨਵਰਟ ਕਰਕੇ ਵੇਖ ਲੈਂਦੇ ਹਾਂ ਕਿ ਕਿੰਨੇ ਕੁ ਏਕੜ ਬਣਦੇ ਨੇ ਕਨਾਲਾਂ ਦੇ। ਸਹੀ। ਲੇਕਿਨ ਮਾਲਕ ਜਿਹੜੇ ਨੇ ਸ਼ੋ ਕਨਾਲਾਂ 'ਚ ਹੀ ਕੀਤੇ ਜਾਂਦੇ ਨੇ, ਕਨਾਲਾਂ ਤੇ ਮਰਲੇ। ਸਹੀ। ਉਸ ਤੋਂ ਬਾਅਦ ਵਿੱਚ ਉਹਦੇ ਸਾਰੇ ਖਾਨਦਾਨ ਦਾ ਜਿਉਂ ਜਿਉਂ ਵਿਰਾਸਤ ਹੁੰਦੀ ਜਾਂਦੀ ਹੈ, ਇੱਕ ਬੰਦਾ 4 ਕਨਾਲ ਦਾ ਮਾਲਕ ਸੀ, ਜੀ। ਉਹਦੀ ਕੋਈ ਵਿਰਾਸਤ ਹੋ ਗਈ ਹੈ, ਉਹਦੇ 4 ਪੁੱਤਰ ਆ ਗਏ ਨੇ, ਉਹ ਕਨਾਲ ਤੇ ਆ ਗਏ, ਜੀ। ਉਹ ਵੀ ਉਹਦੇ ਵਿੱਚ ਤਹਿਰੀਰ ਹੁੰਦਾ ਹੈ। ਅੱਛਾ। ਯਾਨੀ ਕਿ ਮੁਕੰਮਲ ਰਿਕਾਰਡ ਜਿਹੜਾ ਹੈ ਨਾ ਉਹ ਰਜਿਸਟਰ ਹੱਕਦਾਰਾਂ ਜ਼ਮੀਨ ਬੰਦਿਆਂ ਦੀ ਮਾਲਕਾਂ ਨੂੰ ਸ਼ੋਅ ਕਰ ਦਿੰਦਾ। ਨੰਬਰ ਖਸਰੇ ਉਸ ਤੋਂ ਅੱਗੇ ਇਹ ਹੁੰਦਾ ਹੈ ਖਤੌਣੀ ਦਾ। ਖਤੌਣੀ ਹੁੰਦੀ ਹੈ ਕਿ ਇਹ ਰਕਬਾ ਜਿਹੜਾ ਸੀ ਇਹ ਮਜ਼ਾਰਾ ਵਾਹ ਰਿਹਾ ਹੈ ਜਾਂ ਖੁਦ ਹੀ ਕਾਸ਼ਤ ਕਰ ਰਿਹਾ ਜਾਂ ਠੇਕੇ ਤੇ ਦਿੱਤਾ ਹੋ, ਹਿੱਸੇ ਤੇ ਦਿੱਤਾ ਸੋ, ਤਾਂ ਕਿ ਕੱਲ ਨੂੰ ਕੋਈ ਮਾਲਕ ਕਹਿ ਨਾ ਸਕੇ ਕਿ ਮੈਂ ਹਿੱਸੇ ਦਾ ਰਕਬਾ ਦਿੱਤਾ ਹੀ ਇਹਨੇ ਠੇਕੇ ਦਿੱਤਾ। ਲੇਕਿਨ ਉਹ ਪਟਵਾਰੀ ਮੌਕੇ ਤੇ ਜਾ ਕੇ ਗਰਦੌਰੀ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਇਹ ਠੇਕੇ ਤੇ ਦਿੱਤਾ ਜਾਂ ਹਿੱਸੇ ਤੇ ਦਿੱਤਾ। ਸਹੀ। ਉਸ ਤੋਂ ਬਾਅਦ ਅੱਗੇ ਨੰਬਰ ਖਸਰੇ ਆ ਜਾਂਦੇ ਨੇ, ਉਹਨਾਂ ਦਾ ਰਕਬਾ ਆ ਜਾਂਦਾ ਹੈ, ਫਲਾਣੇ ਨੰਬਰ ਖਸਰੇ ਤੇ ਇਹ ਖਾਨਦਾਨ ਮਾਲਕ ਹੈ, ਫਲਾਣੇ ਨੰਬਰ ਖਸਰੇ ਦਾ ਇੱਕ ਵਾਹਦ ਮਾਲਕ ਹੈ। ਇਹ ਸਾਰਾ ਜਮਾਬੰਦੀ ਚੀਜ਼ ਅੰਦਰ ਆ ਜਾਂਦਾ। ਸਹੀ।